ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਵਾਗਤ ਕਰਦਾ ਹਾਂ ਵਨ ਸਟੈਪ ਟੂ ਸਕਸੈਸ ਸਟੱਡੀ ਚੈਨਲ ਦੇ ਵਿੱਚ, ਜਿੱਥੇ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬ ਪਟਵਾਰੀ ਦਾ ਜਿਹੜਾ 2021 ਦਾ ਪੇਪਰ ਹੋਇਆ ਸੀ। ਉਸ ਵਿੱਚ ਜਿਹੜੇ MCQ ਕੁਐਸਚਨ ਜਿਹੜੇ ਪੁੱਛੇ ਗਏ ਸੀ ਉਹ ਅੱਜ ਆਪਾਂ ਲੈ ਕੇ ਆਏ ਹਾਂ, ਅਤੇ ਇਸ ਵੀਡੀਓ ਦੇ ਵਿੱਚ ਆਪਾਂ 20 ਜਿਹੜੇ ਪ੍ਰਸ਼ਨ ਨੇ ਉਹ ਡਿਸਕਸ ਕਰਾਂਗੇ। ਤਾਂ ਅੱਜ ਦਾ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਆਪਣੀ ਸਕਰੀਨ ਤੇ ਹੈ, ਤੇ ਆਓ ਅੱਜ ਦਾ ਪਹਿਲਾ ਪ੍ਰਸ਼ਨ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1, ਕਣਕ ਦੀ ਫਸਲ ਨੂੰ ਪਹਿਲੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ, ਕਦੋਂ ਕੀਤੀ ਜਾਣੀ ਚਾਹੀਦੀ ਹੈ? CRI ਸਟੇਜ ਤੇ, ਟਿਲਰਿੰਗ ਸਟੇਜ ਤੇ, ਜੁਆਟਿੰਗ ਸਟੇਜ ਤੇ, ਜਾਂ ਫਿਰ ਡਫ ਸਟੇਜ ਤੇ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਆਪਸ਼ਨ ਏ ਵਿਲ ਬੀ ਰਾਈਟ ਆਨਸਰ। CRI ਸਟੇਜ ਤੇ ਜਿਹੜੀ ਕਣਕ ਦੀ ਫਸਲ ਨੂੰ ਪਹਿਲੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ। ਤਾਂ ਆਪਣਾ ਦੂਜਾ ਕੁਐਸਚਨ ਸਕਰੀਨ ਤੇ ਹੈ। ਦਾਲਾਂ ਦੀਆਂ ਫਸਲਾਂ ਵਿੱਚ ਖਪਤਵਾਰ ਨੂੰ ਕੰਟਰੋਲ ਕਰਨ ਵਾਲੀ ਨਦੀਨਨਾਸ਼ਕ ਹੈਰਬੀਸਾਈਡ ਦਾ ਕੀ ਨਾਮ ਹੈ? A ऑप्शन लासो, B मचोटी, C ऑप्शन DDT, ਜਾਂ ਫਿਰ D ऑप्शन BHC। ਤਾਂ ਆਪਣਾ ਜਿਹੜਾ ਤੇ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ A ਵਿਲ ਬੀ ਰਾਈਟ ਆਨਸਰ, ਲਾਸੋ ਹੋ ਜਾਵੇਗਾ। ਉਸ ਤੋਂ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 3, ਸਲਫੋਸਲਫਰੋਨ ਡੈਸ਼ ਹੈ। A ਖਪਤਵਾਰ ਨਾਸ਼ਕ ਹੈ, B ਬੂੰਦਨਾਸ਼ਕ ਹੈ, C ਕੀਟਨਾਸ਼ਕ ਹੈ, ਜਾਂ ਫਿਰ D ਹਰਬੀਗੇਸ਼ਨ ਹੈ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਖਪਤਕਾਰ ਨਾਸ਼ਕ ਹੈ। ਇਹ ਜਿਹੜੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਨਦੀਨਨਾਸ਼ਕ ਮਾਰਨ ਲਈ ਕਣਕ ਦੀ ਫਸਲ ਵਿੱਚ, ਗੁੱਲੀ ਡੰਡੇ ਦੀ ਫਸਲ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਆਪਣਾ A ਸਹੀ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 4 ਤੁਹਾਡੀ ਸਕਰੀਨ ਤੇ ਹੈ। ਛੋਲੇ, ਮਟਰ, ਕਾਲੇ ਚਣੇ ਅਤੇ ਹਰੇ ਛੋਲਿਆਂ ਨੂੰ ਇਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ, ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਇਹਨਾਂ ਨੂੰ? A ਆਪਸ਼ਨ ਅਨਾਜ, B ਤੇਲ ਬੀਜ, C ਦਾਲਾਂ, ਜਾਂ ਫਿਰ D ਸਬਜ਼ੀਆਂ। ਤਾਂ ਆਪਣਾ ਜਿਹੜਾ ਇੱਥੇ ਸਹੀ ਆਨਸਰ ਹੋ ਜਾਵੇਗਾ ਉਹ ਆਪਣਾ ਹੋ ਜਾਵੇਗਾ C ਆਪਸ਼ਨ ਦਾਲਾਂ ਵਿਲ ਬੀ ਰਾਈਟ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 5 ਤੁਹਾਡੀ ਸਕਰੀਨ ਤੇ ਹੈ। ਪੰਜਾਬ ਵਿੱਚ ਸਭ ਤੋਂ ਵੱਧ ਰਕਬਾ ਕਿਹੜੀ ਸਬਜ਼ੀਆਂ ਦੀ ਫਸਲ ਹੈ? ਸਭ ਤੋਂ ਵੱਧ ਪੈਦਾਵਾਰ ਕਿਸ ਦੀ ਕੀਤੀ ਜਾਂਦੀ ਹੈ ਸਬਜ਼ੀਆਂ ਵਿੱਚੋਂ? A ਆਪਸ਼ਨ ਆਲੂ, B ਮਟਰ, C ਟਮਾਟਰ, ਜਾਂ ਫਿਰ D ਕਸਤੂਰੀ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ A ਵਿਲ ਬੀ ਰਾਈਟ ਆਨਸਰ। ਆਲੂ ਦੀ ਜਿਹੜੀ ਫਸਲ ਹੈ ਇਸ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 6 ਤੁਹਾਡੀ ਸਕਰੀਨ ਤੇ ਹੈ। ਨਿਮਨਲਿਖਤ ਵਿੱਚੋਂ ਕਿਸ ਨੂੰ ਬਾਜਰੇ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ? ਬਾਜਰੇ ਦੀ ਸ਼੍ਰੇਣੀ ਵਿੱਚ ਕਿਸ ਨੂੰ ਰੱਖਿਆ ਗਿਆ ਹੈ? A ਆਪਸ਼ਨ ਮੱਕੀ, B ਆਪਸ਼ਨ ਕਣਕ, C ਆਪਸ਼ਨ ਚੌਲ, ਜਾਂ ਫਿਰ D ਆਪਸ਼ਨ ਜਵਾਰ। ਤਾਂ ਆਪਣਾ ਜਿਹੜਾ ਇੱਥੇ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਜਵਾਰ ਨੂੰ ਬਾਜਰੇ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। D ਵਿਲ ਬੀ ਰਾਈਟ ਆਨਸਰ। ਪ੍ਰਸ਼ਨ ਨੰਬਰ 7, ਹਰਾ ਇਨਕਲਾਬ ਹੇਠ ਲਿਖਿਆਂ ਵਿੱਚੋਂ ਕਿਸ ਫਸਲ ਨਾਲ ਸੰਬੰਧਿਤ ਹੈ? ਹਰਾ ਇਨਕਲਾਬ ਹੇਠ ਲਿਖਿਆਂ ਵਿੱਚੋਂ ਕਿਸ ਫਸਲ ਨਾਲ ਸੰਬੰਧਿਤ ਹੈ? ਜੇਕਰ ਹਰੇ ਇਨਕਲਾਬ ਦੀ ਆਪਾਂ ਗੱਲ ਕਰ ਲਈਏ, ਹਰਾ ਇਨਕਲਾਬ ਖੇਤੀਬਾੜੀ ਖੇਤਰਾਂ ਨਾਲ ਸੀ। ਨਵੀਆਂ ਤਕਨੀਕੀ ਰਸਾਇਣਿਕ ਖਾਦਾਂ ਅਤੇ ਜ਼ਿਆਦਾ ਝਾੜ ਦੇਣ ਵਾਲੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਨਾਲ ਉਤਪਾਦਨ ਵਿੱਚ ਵਾਧਾ ਕਰਨ ਦੇ ਲਈ ਇਹ ਜਿਹੜਾ ਹਰਾ ਇਨਕਲਾਬ ਵਰਤਿਆ ਗਿਆ ਸੀ। ਅਤੇ ਭਾਰਤ ਵਿੱਚ ਜਿਹੜੇ ਇਸ ਦੇ ਪਿਤਾ ਮੰਨੇ ਜਾਂਦੇ ਹਨ ਉਹ ਮੰਨੇ ਜਾਂਦੇ ਹਨ MS ਸਵਾਮੀਨਾਥ ਜਿਹੜੇ ਹਨ ਉਹ ਭਾਰਤ ਵਿੱਚ ਇਸ ਦੇ ਪਿਤਾਮਾ ਦੇ ਵਜੋਂ ਜਾਣੇ ਜਾਂਦੇ ਹਨ। ਸਵਾਮੀਨਾਥ ਜਿਹੜੇ ਨੇ ਇਸ ਦੇ ਪਿਤਾ ਵਜੋਂ ਜਾਣੇ ਜਾਂਦੇ ਹਨ। ਤਾਂ ਚੱਲਦੇ ਹਾਂ ਕੁਐਸਚਨ ਵੱਲ। ਹਰਾ ਇਨਕਲਾਬ ਹੇਠ ਲਿਖੇ ਵਿੱਚ ਕਿਸ ਫਸਲ ਨਾਲ ਸੰਬੰਧਿਤ ਹੈ? ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਝੋਨਾ, ਚੌਲ ਅਤੇ ਕਣਕ। ਇਹ ਜਿਹੜਾ ਸਹੀ ਆਪਣਾ ਆਨਸਰ ਹੋ ਜਾਵੇਗਾ A ਆਪਸ਼ਨ ਬਿਲਕੁਲ ਸਹੀ ਹੋ ਜਾਵੇਗੀ। ਪ੍ਰਸ਼ਨ ਨੰਬਰ 8 ਤੁਹਾਡੀ ਸਕਰੀਨ ਤੇ ਹੈ। ਭਾਰਤ ਵਿੱਚ ਕਿਹੜਾ ਫਸਲੀ ਚੱਕਰ ਵੱਧ ਤੋਂ ਵੱਧ ਖੇਤਰ ਵਿੱਚ ਅਪਣਾਇਆ ਜਾਂਦਾ ਹੈ? A ਆਪਸ਼ਨ ਝੋਨਾ ਚੌਲ, B ਆਪਸ਼ਨ ਕਣਕ ਮੱਕੀ, C ਝੋਨਾ ਚੌਲ ਕਣਕ, ਜਾਂ ਫਿਰ D ਝੋਨਾ ਚੌਲ ਛੋਲੇ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ C ਵਿਲ ਬੀ ਰਾਈਟ ਆਨਸਰ ਹੋ ਜਾਵੇਗਾ। ਝੋਨਾ ਅਤੇ ਕਣਕ ਦੀ ਜਿਹੜੀ ਹੈ ਫਸਲੀ ਚੱਕਰ ਅਪਣਾਇਆ ਜਾਂਦਾ ਹੈ। ਅਤੇ ਜੇਕਰ ਆਪਾਂ ਗੱਲ ਕਰ ਲਈਏ ਝੋਨੇ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ? ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਮਈ ਤੋਂ ਜੂਨ ਦੇ ਵਿੱਚ ਕੀਤੀ ਜਾਂਦੀ ਹੈ। ਮਈ ਤੋਂ ਜੂਨ ਦੇ ਵਿੱਚ ਜਿਹੜੀ ਹੈ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਅਤੇ ਉਸ ਤੋਂ ਇਲਾਵਾ ਜੇਕਰ ਕਣਕ ਦੀ ਗੱਲ ਕਰ ਲਈਏ, ਕਣਕ ਦੀ ਜਿਹੜੀ ਬਿਜਾਈ ਹੈ ਇਹ ਅਕਤੂਬਰ ਤੋਂ, ਇਹ ਹਾੜੀ ਅੱਧ ਅਕਤੂਬਰ ਤੋਂ ਲੈ ਕੇ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ। ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ। ਇਸ ਲਈ ਜਿਹੜਾ ਆਪਣਾ C ਆਨਸਰ ਬਿਲਕੁਲ ਸਹੀ ਹੋ ਜਾਵੇਗਾ। ਪ੍ਰਸ਼ਨ ਨੰਬਰ 9 ਤੁਹਾਡੀ ਸਕਰੀਨ ਤੇ ਹੈ। ਸਿੱਖ ਵਿਰਾਸਤ ਕੰਪਲੈਕਸ ਕਿੱਥੇ ਸਥਿਤ ਹੈ?
ए ऑप्शन मानसा, बी ਅੰਮ੍ਰਿਤਸਰ, सी ਰੋਪੜ ਜਾਂ ਫਿਰ डी ਆਨੰਦਪੁਰ ਸਾਹਿਬ। ਇੱਥੇ ਸਿੱਖ ਹੈਰੀਟੇਜ ਕੰਪਲੈਕਸ ਦੀ ਗੱਲ ਕੀਤੀ ਗਈ ਹੈ ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ डी ਆਪਸ਼ਨ ਵਿਲ ਬੀ ਰਾਈਟ ਆਨਸਰ ਹੋ ਜਾਵੇਗਾ। ਆਨੰਦਪੁਰ ਸਾਹਿਬ ਵਿੱਚ ਸਿੱਖ ਵਿਰਾਸਤ ਕੰਪਲੈਕਸ ਸਥਿਤ ਹੈ। ਤਾਂ ਪ੍ਰਸ਼ਨ ਨੰਬਰ 10 ਤੁਹਾਡੀ ਸਕਰੀਨ ਤੇ ਹੈ। ਪੰਜਾਬ ਦਾ ਪਹਿਲਾ ਸੂਫੀ ਕਵੀ ਜਿਸ ਨੇ ਆਪਣੇ ਰਹੱਸਵਾਦੀ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕਾਫੀ ਦਾ ਰੂਪ ਅਪਣਾਇਆ ਸੀ। ਇੱਥੇ ਆਈ ਹੈ ਹੁਣ ਗੱਲ ਕਾਫੀ ਰੂਪ ਦੀ। ए ऑप्शन बुल्ले शाह, बी हुसैन, सी ऑप्शन वारिस शाह, डी मियाँ मीर। तो अपना जोड़ा सही आंसर हो जाएगा वो हो जाएगा बी ऑप्शन विल बी राइट आंसर हो जाएगा। शाह हुसैन की जेकर गल कर लीए इन्हां दा जन्म जोड़ा 1538 ईस्वी विच होया ते 1599 विच इन्हां दा देहांत होया सी। ते जेकर गल कर ली जन्म इन्हां दा होया सी पाकिस्तान विच लाहौर, पाकिस्तान लाहौर विच इन्हां दा जन्म होया। ਤੇ ਇਹਨਾਂ ਦਾ ਪਿਤਾ ਦਾ ਨਾਮ ਸੀਗਾ ਸ਼ੇਖ ਉਸਮਾਨ, ਜਿਹੜਾ ਸੀ ਇਹਨਾਂ ਦੇ ਪਿਤਾ ਦਾ ਨਾਮ ਸੀ। ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ। ਇਸ ਲਈ ਜਿਹੜਾ ਆਪਣਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਹੁਸੈਨ ਹੋ ਜਾਵੇਗਾ। ਪ੍ਰਸ਼ਨ ਨੰਬਰ 11 ਤੁਹਾਡੀ ਸਕਰੀਨ ਤੇ ਹੈ। ਪੰਜਾਬ ਦੀ ਕਿਹੜੀ ਬੈਲਟ ਜਾਂ ਖੇਤਰ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਆਉਂਦਾ ਹੈ? ਤਾਂ ਆਪਣਾ ਜਿਹੜਾ ਇਸ ਕੁਐਸਚਨ ਦੇ ਅਨੁਸਾਰ ਆਪਾਂ ਦੇਖਦੇ ਹਾਂ ਏ ਆਪਸ਼ਨ ਮਾਝਾ, ਬੀ ਮਾਲਵਾ, ਸੀ ਦੁਆਬਾ ਜਾਂ ਫਿਰ ਡੀ ਪੋਠੋਹਾਰ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਏ ਵਿਲ ਬੀ ਰਾਈਟ ਆਨਸਰ। ਮਾਝਾ ਜਿਹੜਾ ਬਿਆਸ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ। ਜੇਕਰ ਮਾਲਵੇ ਦੀ ਗੱਲ ਕਰ ਲਈ ਆਪਾਂ, ਮਾਲਵਾ ਜਿਹੜਾ ਸਤਲੁਜ ਨਦੀ ਦੇ ਦੱਖਣ ਵੱਲ ਹੈ। ਮਾਲਵਾ ਜਿਹੜਾ ਇਹ ਸਤਲੁਜ ਨਦੀ ਦੇ ਦੱਖਣ ਵਾਲੇ ਪਾਸੇ ਨੂੰ ਜਿਹੜਾ ਕਿਹਾ ਜਾਂਦਾ ਹੈ, ਸਤਲੁਜ ਨਦੀ ਦੇ ਦੱਖਣ ਵਾਲੇ ਪਾਸੇ ਨੂੰ ਮਾਲਵਾ ਕਿਹਾ ਜਾਂਦਾ। ਤੇ ਦੁਆਬੇ ਦੀ ਗੱਲ ਕਰ ਲਈਏ, ਦੁਆਬਾ ਜਿਹੜਾ ਹੈ ਇਹ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਇਹ ਤੁਸੀਂ ਧਿਆਨ ਨਾਲ ਦੇਖ ਲੈਣਾ ਹੈ। ਉਸ ਤੋਂ ਇਲਾਵਾ ਚੱਲਦੇ ਹਾਂ ਪ੍ਰਸ਼ਨ ਨੰਬਰ 12 ਤੇ। ਪ੍ਰਸ਼ਨ ਨੰਬਰ 12 ਹੇਠ ਲਿਖੀਆਂ ਲੜਾਈਆਂ ਵਿੱਚੋਂ ਕਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪੂਰਵ ਖਾਲਸਾ ਦੌਰਾਨ ਵਿੱਚ ਲੜੀ ਗਈ ਲੜਾਈ ਹੈ? ए ऑप्शन चमकौर की लड़ाई, बी मुक्तसर की लड़ाई, सी भंगाणी की लड़ाई ਜਾਂ ਫਿਰ डी आनंदपुर की पहली लड़ाई। तो अपना जोड़ा इत्थे सही आंसर हो जाएगा वो हो जाएगा भंगाणी की लड़ाई, जिहड़ी सी पूर्व खालसा काल दे विच लड़ी गई सी। जेकर हुण पूर्व खालसा की गल कर लीए, पूर्व खालसा का टाइम पीरीयड सीगा 1675 ईस्वी तो लैके 1699 ईस्वी तक जिहड़ा सी पूर्व खालसा सी। ਤੇ ਉੱਤਰ ਖਾਲਸਾ ਜਿਹੜਾ ਸੀਗਾ ਉਹ ਹੈਗਾ ਸੀ ਟਾਈਮ ਪੀਰੀਅਡ ਆਉਂਦਾ 1699 ਤੋਂ ਲੈ ਕੇ 1608 ਈਸਵੀ ਤੱਕ ਜਿਹੜਾ ਸੀ ਉੱਤਰ ਖਾਲਸਾ ਸੀ ਜਾਂ ਫਿਰ ਪ੍ਰੀ ਖਾਲਸਾ ਪੀਰੀਅਡ ਵੀ ਕਿਹਾ ਜਾਂਦਾ ਹੈ। ਤਾਂ ਆਪਣਾ ਜਿਹੜਾ ਭੰਗਾਣੀ ਦੀ ਲੜਾਈ ਹੈ ਇਹ ਹੋਈ ਸੀ ਭੰਗਾਣੀ ਦੀ ਲੜਾਈ 1686 ਜਾਂ ਫਿਰ 1688 ਕਈ ਥਾਂ ਤੇ ਦੇਖਣ ਨੂੰ ਮਿਲਦਾ ਹੈ। ਤਾਂ ਇਸ ਲਈ ਆਪਣੀ ਜਿਹੜੀ ਇਹ ਪੂਰਵ ਖਾਲਸਾ ਦੀ ਲੜਾਈ ਜਿਹੜੀ ਸੀ ਪਹਿਲੀ ਲੜਾਈ ਸੀਗੀ ਭੰਗਾਣੀ ਦੀ ਲੜਾਈ, ਜਿਹੜਾ ਆਪਣਾ ਇੱਥੇ ਸਹੀ ਆਨਸਰ ਹੋ ਜਾਵੇਗਾ। ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਚਮਕੌਰ ਦੀ ਲੜਾਈ ਜਦ ਕਦੋਂ ਹੋਈ ਸੀ? ਚਮਕੌਰ ਦੀ ਲੜਾਈ ਹੋਈ ਸੀ 1704 ਤੋਂ 5 ਈਸਵੀ ਦੇ ਵਿੱਚ। 1704 ਤੋਂ 5 ਈਸਵੀ ਵਿੱਚ ਜਿਹੜੀ ਸੀ ਚਮਕੌਰ ਦੀ ਲੜਾਈ ਹੋਈ। ਮੁਕਤਸਰ ਦੀ ਲੜਾਈ ਭਾਵ ਖਿਦਰਾਣਾ ਦੀ ਲੜਾਈ, ਜਿਹੜੀ ਖਿਦਰਾਣਾ ਜਿਹੜਾ ਸੀ ਮੁਕਤਸਰ ਦਾ ਪੁਰਾਣਾ ਨਾਮ ਸੀ, ਖਿਦਰਾਣੇ ਦੀ ਲੜਾਈ ਹੋਈ ਸੀ 1705 ਈਸਵੀ ਦੇ ਵਿੱਚ ਖਿਦਰਾਣੇ ਦੀ ਲੜਾਈ ਹੋਈ ਸੀ। ਤੇ ਭੰਗਾਣੀ ਦੀ ਲੜਾਈ 1686 ਜਾਂ ਫਿਰ 88, ਇਹ ਤੁਸੀਂ ਆਪਸ਼ਨ ਚੈੱਕ ਕਰ ਲੈਣੀ। ਆਨੰਦਪੁਰ ਦੀ ਪਹਿਲੀ ਲੜਾਈ ਹੋਈ ਸੀ 1701 ਈਸਵੀ ਦੇ ਵਿੱਚ, ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ ਸੀ। ਤਾਂ ਆਪਾਂ ਚੱਲਦੇ ਹਾਂ ਪ੍ਰਸ਼ਨ ਨੰਬਰ 13 ਦੇ ਵੱਲ। ਪ੍ਰਸ਼ਨ ਨੰਬਰ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਕਿਸ ਲਈ ਇੱਕ ਜਨਤਕ ਮੀਟਿੰਗ ਰੱਖੀ ਗਈ ਸੀ? ਮੀਟਿੰਗ ਕਿਸ ਕਰਕੇ ਰੱਖੀ ਗਈ ਸੀ 13 ਅਪ੍ਰੈਲ 1919 ਨੂੰ? ए ऑप्शन प्रसिद्ध नेतावां की गिरफ्तारी के विरुद्ध प्रदर्शन किया गया सी, बी रोल्ट एक्ट के विरुद्ध प्रदर्शन सी, सी स्वराज की मांग सी, डी महात्मा गांधी की गिरफ्तारी के विरुद्ध प्रदर्शन। अपना जोड़ा राइट आंसर हो जाएगा ए विल बी राइट आंसर। प्रसिद्ध नेतावां की गिरफ्तारी के विरुद्ध जोड़ा प्रदर्शन किया गया सी, ये किन्हां दी गिरफ्तारी हुई सी? तो अपना जोड़ा आंसर आ जाएगा डॉक्टर सैफुद्दीन किचलू ਅਤੇ ਡਾਕਟਰ ਸਤਿਆਪਾਲ ਅਤੇ ਡਾਕਟਰ ਸਤਪਾਲ ਦੀ ਗ੍ਰਿਫਤਾਰੀ ਕੀਤੀ ਗਈ ਸੀ।
ਇਸ ਦੇ ਵਿਰੋਧ ਵਿੱਚ ਸ਼ਾਂਤਮਈ ਪ੍ਰਦਰਸ਼ਨ ਹੋ ਰਿਹਾ ਸੀ ਅਤੇ ਜਨਰਲ ਡਾਇਰ ਦੁਆਰਾ ਉਹਨਾਂ ਉੱਪਰ ਗੋਲੀਆਂ ਚਲਵਾ ਦਿੱਤੀਆਂ ਗਈਆਂ ਸਨ ਲੋਕਾਂ ਦੇ ਉੱਪਰ। ਤਾਂ ਇਹ ਜਿਹੜਾ ਆਪਣਾ ਸਹੀ ਆਨਸਰ ਹੋ ਜਾਵੇਗਾ ਪ੍ਰਸ਼ਨ ਨੰਬਰ 14, ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਲੋਕ ਗੀਤ ਨਹੀਂ ਹੈ। ਇੱਥੇ ਆਪਾਂ ਹੁਣ ਫਾਈਂਡ ਕਰਨਾ ਪੰਜਾਬ ਦਾ ਲੋਕ ਗੀਤ ਹੇਠ ਲਿਖਿਆਂ ਵਿੱਚੋਂ ਕਿਹੜਾ ਨਹੀਂ ਹੈ। ਤਾਂ ਆਓ ਆਪਾਂ ਚੱਲਦੇ ਹਾਂ ਆਪਸ਼ਨਾਂ ਦੇ ਵੱਲ। ਏ ਮਾਈਆ, ਬੀ ਸੁਹਾਗ, ਸੀ ਲੁੱਡੀ ਤੇ ਡੀ ਟੱਪੇ। ਆਪਣਾ ਜਿਹੜਾ ਇੱਥੇ ਹੈ ਮਾਈਆ ਵੀ ਜਿਹੜਾ ਲੋਕ ਗੀਤ ਹੈ, ਸੁਹਾਗ ਵੀ ਲੋਕ ਗੀਤ ਹੈ ਤੇ ਟੱਪੇ ਵੀ ਲੋਕ ਗੀਤ ਹਨ ਤੇ ਲੁੱਡੀ ਜਿਹੜਾ ਹੈ ਇਹ ਲੋਕ ਨਾਚ ਹੈ। ਇਸ ਲਈ ਜਿਹੜਾ ਆਪਣਾ ਸਹੀ ਆਨਸਰ ਹੋ ਜਾਵੇਗਾ ਸੀ ਵਿਲ ਬੀ ਰਾਈਟ ਆਨਸਰ। ਲੁੱਡੀ ਜਿਹੜਾ ਇਹ ਨਾਚ ਹੈ ਤੇ ਬਾਕੀ ਸਾਰੇ ਲੋਕ ਗੀਤ ਹਨ। ਜੇਕਰ ਸੁਹਾਗ ਦੀ ਗੱਲ ਕਰ ਲਈ ਜਾਵੇ, ਸੁਹਾਗ ਕਦੋਂ ਗਾਏ ਜਾਂਦੇ ਹਨ? ਕੁੜੀ ਦੇ ਵਿਆਹ ਵੇਲੇ ਸੁਹਾਗ ਗਾਏ ਜਾਂਦੇ ਹਨ ਅਤੇ ਘੋੜੀਆਂ ਗਾਈਆਂ ਜਾਂਦੀਆਂ ਹਨ ਮੁੰਡੇ ਦੇ ਵਿਆਹ ਸਮੇਂ। ਘੋੜੀਆਂ ਗਾਈਆਂ ਜਾਂਦੀਆਂ ਹਨ ਮੁੰਡੇ ਦੇ ਵਿਆਹ ਸਮੇਂ। ਤੇ ਜੇਕਰ ਸਿੱਠਣੀਆਂ ਦੀ ਗੱਲ ਕਰ ਲਈਏ, ਸਿੱਠਣੀਆਂ ਕਦੋਂ ਗਾਈਆਂ ਜਾਂਦੀਆਂ ਸਨ? ਇਹ ਗਾਈਆਂ ਜਾਂਦੀਆਂ ਸਨ ਜੰਝ ਢੁੱਕਣ ਵੇਲੇ। ਜੰਝ ਢੁੱਕਣ ਵੇਲੇ ਸਿੱਠਣੀਆਂ ਗਾਈਆਂ ਜਾਂਦੀਆਂ ਸਨ। ਇਸ ਲਈ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਲੁੱਡੀ ਹੋ ਜਾਵੇਗਾ। ਪ੍ਰਸ਼ਨ ਨੰਬਰ 15, ਹੇਠ ਲਿਖੇ ਵਿੱਚ ਲੇਖਕਾਂ ਵਿੱਚੋਂ ਕਿਸ ਨੇ ਆਪਣੀ ਮੌਤ ਤੋਂ ਪਹਿਲਾਂ ਆਪਣਾ ਸ਼ੋਕ ਸੰਦੇਸ਼ ਲਿਖਿਆ ਸੀ? ਏ ਆਪਸ਼ਨ I.C. ਨੰਦਾ, ਬੀ ਖੁਸ਼ਵੰਤ ਸਿੰਘ, ਸੀ ਕਰਤਾਰ ਸਿੰਘ ਦੁੱਗਲ, ਡੀ ਮੁਲਕ ਰਾਜ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਖੁਸ਼ਵੰਤ ਸਿੰਘ ਹੋ ਜਾਵੇਗਾ। ਇਹਨਾਂ ਦੀ ਡੈਥ ਹੋਈ ਸੀ 2014 ਦੇ ਵਿੱਚ ਹੋਈ ਸੀ। ਇਹ ਇੱਕ ਇੰਡੀਅਨ ਔਥਰ ਸੀ, ਇੱਕ ਇੰਡੀਅਨ ਭਾਰਤੀ ਲਿਖਾਰੀ ਸਨ। ਪ੍ਰਸ਼ਨ ਨੰਬਰ 16, ਪੰਜਾਬ ਦਾ ਪੁਰਾਣਾ ਨਾਮ ਕੀ ਹੈ? ਏ ਆਪਸ਼ਨ ਸਪਤ ਸਿੰਧੂ, ਬੀ ਸ਼ਪਤ ਰਿਸ਼ੀ, ਸੀ ਸ਼ਪਤ ਆਬ ਜਾਂ ਫਿਰ ਡੀ ਪੰਜ ਆਬ। ਤਾਂ ਆਪਣਾ ਜਿਹੜਾ ਏ ਵਿਲ ਬੀ ਰਾਈਟ ਆਨਸਰ ਹੋ ਜਾਵੇਗਾ ਕਿਉਂਕਿ ਪੰਜਾਬ ਦਾ ਪੁਰਾਣਾ ਨਾਮ ਜਿਹੜਾ ਸੀ 7 ਦਰਿਆਵਾਂ ਦੇ ਨਾਂ 'ਤੇ ਸੀਗਾ। ਉਸ ਸਮੇਂ 7 ਦਰਿਆ ਵਗਦੇ ਸਨ, ਇਸ ਲਈ ਇਸ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਪੰਜ ਆਬ ਤੋਂ ਭਾਵ ਹੈ 5 ਦਰਿਆਵਾਂ ਤੋਂ ਹੈ। 5 ਦਰਿਆਵਾਂ ਤੋਂ ਭਾਵ 5 ਆਬ ਹੈ। ਇਸ ਲਈ ਜਿਹੜਾ ਆਪਣਾ ਏ ਸਹੀ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 17, ਇਹਨਾਂ ਵਿੱਚੋਂ ਕਿਹੜੇ ਸਿੱਖ ਗੁਰੂ ਨੇ ਸਤੀ ਅਤੇ ਪਰਦਾ ਪ੍ਰਥਾ ਦੀ ਸਖਤ ਮਨਾਹੀ ਕੀਤੀ ਸੀ? ਏ ਆਪਸ਼ਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ, ਬੀ ਗੁਰੂ ਅਮਰਦਾਸ ਜੀ ਨੇ, ਸੀ ਗੁਰੂ ਨਾਨਕ ਦੇਵ ਜੀ ਨੇ ਜਾਂ ਫਿਰ ਡੀ ਗੁਰੂ ਰਾਮਦਾਸ ਜੀ ਨੇ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਬੀ ਵਿਲ ਬੀ ਰਾਈਟ ਆਨਸਰ। ਜੋ ਸਿੱਖਾਂ ਦੇ ਤੀਸਰੇ ਗੁਰੂ ਸਨ, ਇਹਨਾਂ ਨੇ ਜਾਤ ਪਾਤ, ਸਤੀ ਪ੍ਰਥਾ, ਪਰਦਾ ਪ੍ਰਥਾ ਅਤੇ ਅੰਤਰਜਾਤੀ ਵਿਆਹ ਅਜਿਹੇ ਕਈ ਸਮਾਜ ਸੁਧਾਰਕ ਕੰਮ ਕੀਤੇ ਸਨ। ਇਸ ਲਈ ਇਹਨਾਂ ਨੂੰ ਸਮਾਜ ਸੁਧਾਰਕ ਗੁਰੂ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਜੇਕਰ ਗੁਰੂ ਅੰਗਦ ਦੇਵ ਦੀ ਗੱਲ ਕਰ ਲਈਏ, ਗੁਰੂ ਅੰਗਦ ਦੇਵ ਸਿੱਖਾਂ ਦੇ ਦੂਸਰੇ ਗੁਰੂ ਸਨ, ਗੁਰੂ ਨਾਨਕ ਦੇਵ ਪਹਿਲੇ ਗੁਰੂ ਸਨ ਤੇ ਸ਼੍ਰੀ ਗੁਰੂ ਰਾਮਦਾਸ ਜਿਨ੍ਹਾਂ ਨੂੰ ਸੋਢੀ ਪਾਤਸ਼ਾਹ ਕਿਹਾ ਜਾਂਦਾ ਸਿੱਖਾਂ ਦੇ ਚੌਥੇ ਗੁਰੂ ਸਨ। ਇਸ ਲਈ ਜਿਹੜਾ ਆਪਣਾ ਸਹੀ ਆਨਸਰ ਹੋ ਜਾਵੇਗਾ ਪੀ ਵਿਲ ਬੀ ਰਾਈਟ ਆਨਸਰ। 18 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ। ਭਾਰਤ ਵਿੱਚ ਸਵਦੇਸ਼ੀ ਅੰਦੋਲਨ ਇਸ ਦੌਰਾਨ ਸ਼ੁਰੂ ਹੋਇਆ ਸੀ, ਕਿਸ ਕਾਰਨ ਸ਼ੁਰੂ ਹੋਇਆ ਸੀ? ਏ ਆਪਸ਼ਨ ਗਾਂਧੀ ਦਾ ਚੰਪਾਰਣ ਸੱਤਿਆਗ੍ਰਹਿ ਹੈ, ਬੀ ਬੰਗਾਲ ਦੀ ਵੰਡ ਵਿਰੋਧੀ ਅੰਦੋਲਨ ਜਾਂ ਫਿਰ ਸੀ ਰੋਲਟ ਐਕਟ ਦਾ ਵਿਰੋਧ ਜਾਂ ਫਿਰ 1919-22 ਦਾ ਪਹਿਲਾ ਅਸਹਿਯੋਗ ਅੰਦੋਲਨ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੰਗਾਲ ਦੀ ਵੰਡ ਅੰਦੋਲਨ ਦੇ ਨਾਲ ਇਹ ਸ਼ੁਰੂ ਹੋਇਆ ਸੀ। ਬੰਗਾਲ ਦੀ ਵੰਡ ਕਦੋਂ ਹੋਈ ਸੀ? 1905 ਈਸਵੀ ਦੇ ਵਿੱਚ ਬੰਗਾਲ ਦੀ ਵੰਡ ਹੋਈ ਸੀ ਅਤੇ ਇਸ ਦੇ ਵਿੱਚ ਜਿਹੜੇ ਮੁੱਖ ਆਗੂ ਸਨ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ, ਅਰਬਿੰਦੋ ਘੋਸ਼ ਸੀਗੇ, ਲੋਕਮਾਨਿਆ ਤਿਲਕ, ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਰਾਵਤ ਅਤੇ ਉਸ ਤੋਂ ਇਲਾਵਾ ਲਾਲਾ ਲਾਜਪਤ ਰਾਏ ਸੀਗੇ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਸੀ। ਰੋਲਟ ਐਕਟ ਦੀ ਗੱਲ ਕਰ ਰਹੀ, ਰੋਲਟ ਐਕਟ 1915 ਈਸਵੀ ਵਿੱਚ ਇਹ ਬਣਿਆ ਸੀ। 1919 ਈਸਵੀ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਸੀ। 1919 ਈਸਵੀ ਵਿੱਚ ਲਾਗੂ ਕੀਤਾ ਗਿਆ ਸੀ ਜਿਸ ਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ। ਤਾਂ ਆਓ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਦੇ ਵੱਲ। ਪ੍ਰਸ਼ਨ ਨੰਬਰ 19 ਤੁਹਾਡੀ ਸਕਰੀਨ ਤੇ ਹੈ। ਹੇਠ ਲਿਖੇ ਕਿਹੜੇ ਅਧਿਕਾਰਾਂ ਨੂੰ ਡਾਕਟਰ BR ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਦਿਲ ਅਤੇ ਰੂਹ ਮੰਨਿਆ ਸੀ? ਏ ਆਪਸ਼ਨ ਬੋਲਣ ਦੀ ਆਜ਼ਾਦੀ, ਬੀ ਆਪਸ਼ਨ ਬਰਾਬਰੀ ਦਾ ਅਧਿਕਾਰ, ਸੀ ਆਪਸ਼ਨ ਧਾਰਮਿਕ ਆਜ਼ਾਦੀ ਦਾ ਅਧਿਕਾਰ ਜਾਂ ਫਿਰ ਡੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਤਾਂ ਆਪਸ਼ਨ ਬਿਲਕੁਲ ਸਹੀ ਹੋ ਜਾਵੇਗੀ। ਇਹ ਆਰਟੀਕਲ 32 ਹੈਗਾ ਹੈ। ਆਰਟੀਕਲ 32 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਹੈ ਤੇ ਡਾਕਟਰ BR ਅੰਬੇਦਕਰ ਨੇ ਇਸ ਨੂੰ ਭਾਰਤੀ ਸੰਵਿਧਾਨ ਦੀ ਦਿਲ ਅਤੇ ਰੂਹ ਮੰਨਿਆ ਹੈ। ਜੇਕਰ ਆਪਾਂ ਗੱਲ ਕਰ ਲਈਏ ਬੋਲਣ ਦੀ ਆਜ਼ਾਦੀ, ਇਹ 19 ਨੰਬਰ ਆਰਟੀਕਲ ਦੇ ਵਿੱਚ ਹੈ। ਇਸ ਨੂੰ ਕਿਹਾ ਜਾਂਦਾ ਹੈ ਰਾਈਟ ਟੂ ਫਰੀਡਮ, ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਕਿਹਾ ਜਾਂਦਾ ਹੈ। ਉਸ ਤੋਂ ਇਲਾਵਾ ਬਰਾਬਰੀ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ ਜਿਹੜਾ ਆਪਣਾ ਆ ਜਾਂਦਾ ਹੈ।
14 ਨੰਬਰ ਆਰਟੀਕਲ ਦੇ ਵਿੱਚ ਆ ਜਾਂਦਾ ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ ਆ ਜਾਂਦਾ ਹੈ। ਤੇ ਆਰਟੀਕਲ 25 ਦੇ ਵਿੱਚ ਆ ਜਾਂਦਾ ਹੈ ਧਰਮ ਦੀ ਆਜ਼ਾਦੀ ਆ ਜਾਂਦੀ ਹੈ। ਰਾਈਟ ਟੂ ਫਰੀडम ਰਿਲੀਜੀਅਸ ਜਿਹੜੀ ਆ ਜਾਂਦੀ ਹੈ, ਇਸ ਵਿੱਚ ਧਾਰਮਿਕ ਆਜ਼ਾਦੀ ਆ ਜਾਂਦੀ ਹੈ। ਇਸ ਲਈ ਆਪਣਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਡੀ ਵਿਲ ਬੀ ਰਾਈਟ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 20, ਜ਼ਰੂਰਤ ਅਨੁਸਾਰ ਇੱਕੋ ਵਿਭਾਗ ਦੇ ਇੱਕ ਬਜਟ ਹੈੱਡ ਤੋਂ ਦੂਜੇ ਹੱਥ ਜਿੱਥੋਂ ਕਿ ਹੋਰ ਖਰਚੇ ਦੀ ਲੋੜ ਹੋਵੇ ਤਾਂ ਤਬਾਦਲੇ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਏ ਆਪਸ਼ਨ ਤਬਾਦਲਾ, ਬੀ ਮੁੜ ਅਬੋਟਨ, ਸੀ ਪੁਨਰ ਨਿਰਧਾਰਨ ਜਾਂ ਫਿਰ ਡੀ ਸੈਕਟਰਲ ਅਸੈਂਟਨ। ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਸੀ ਵਿਲ ਵੀ ਰਾਈਟ ਆਨਸਰ ਹੋ ਜਾਵੇਗਾ। ਇਸ ਨੂੰ ਰੀਐਪਰੋਪਰੀਏਸ਼ਨ ਵੀ ਕਿਹਾ ਜਾਂਦਾ ਹੈ। ਤਾਂ ਅੱਜ ਲਈ ਜਿਹੜੇ ਆਪਣਾ ਇਹ ਵੀਡੀਓ ਸੀਗੀ 20 ਕੁਐਸਚਨਾਂ ਦੀ ਸੀਗੀ। ਜੇਕਰ ਤੁਹਾਨੂੰ ਇਹ ਪੁਰਾਣੇ ਕੁਐਸਚਨ ਵਧੀਆ ਲੱਗੇ ਹੋਣ ਤਾਂ ਲਾਈਕ ਸਬਸਕ੍ਰਾਈਬ ਕਰਿਓ। ਧੰਨਵਾਦ ਸਾਰਿਆਂ ਦਾ।